ਪੀਟੀਸੀ ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੋਂਗਾ। ਜਦੋਂ ਵੀ ਕਿਤੇ ਸਰਬੱਤ ਦੇ ਭਲੇ, ਅਣਖ, ਗੈਰਤ ਅਤੇ ਭਗਤੀ ਭਾਵ ਦੀ ਗੱਲ ਚੱਲਦੀ ਹੈ ਤਾਂ ਸ਼ਾਨਾ ਮੱਤੀ ਸਿੱਖ ਵਿਰਸੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸਿੱਖ ਕੌਮ ਦੇ ਵਿਲੱਖਣ ਇਤਿਹਾਸ, ਅਮੀਰ ਵਿਰਸੇ ਅਤੇ ਸ਼ਹੀਦੀਆਂ ਨਾਲ ਲੱਭੇ ਗਥਾਵਾਂ ਨੂੰ ਦੁਨੀਆ ਭਰ ਤੱਕ ਪਹੁੰਚਾਉਣਾ ਸਾਡੀ ਪ੍ਰਥਮ ਕੋਸ਼ਿਸ਼ ਹੈ। ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਤੋਂ ਆਪ ਜੀ ਨੂੰ ਜਾਣੂ ਕਰਵਾਉਂਦੇ ਹਾਂ ਤੇ ਇਸ ਤੋਂ ਇਲਾਵਾ ਪਾਵਨ ਪਿੱਤਰ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਆਪ ਨਾਲ ਸਾਂਝੀ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਐਲਾਨ ਕਰਕੇ IHA ਫਾਊਂਡੇਸ਼ਨ ਅਤੇ ਅਰਥ ਡੇ ਨੈਟਵਰਕ ਅਮਰੀਕਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਮਾਣ ਪੱਤਰ ਭੇਂਟ ਕੀਤਾ ਗਿਆ। IHA ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂਵਾਲੀਆ ਅਤੇ ਅਰਥ ਡੇ ਨੈਟਵਰਕ ਅਮਰੀਕਾ ਦੀ ਕੌਮਾਂਤਰੀ ਪ੍ਰਧਾਨ ਕੈਥਲੀਨ ਰੋਜ਼ਰਜ਼ ਵੱਲੋਂ ਇਹ ਪ੍ਰਮਾਣ ਪੱਤਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੂੰ ਦਿੱਤਾ ਗਿਆ। ਇਹ ਪ੍ਰਮਾਣ ਪੱਤਰ ਪਲਾਸਟਿਕ ਤੇ ਪਾਬੰਦੀ ਲਾਉਣ ਵਾਲੇ ਦੁਨੀਆ ਦੇ ਪਹਿਲੇ ਧਾਰਮਿਕ ਅਸਥਾਨ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਨਮਾਨ ਵਜੋਂ ਭੇਂਟ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਗਾਉਣ ਕਰਕੇ IHA ਫਾਊਂਡੇਸ਼ਨ ਅਤੇ ਅਰਥ ਡੇ ਨੈਟਵਰਕ ਅਮਰੀਕਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੂੰ ਇਹ ਪ੍ਰਮਾਣ ਪੱਤਰ IHA ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂਵਾਲੀਆ, ਅਰਥ ਡੇ ਨੈਟਵਰਕ ਅਮਰੀਕਾ ਦੇ ਮੈਡਮ ਕੈਥਲੀਨ ਰੋਜ਼ਰਜ਼ ਅਤੇ ਭਾਰਤ ਦੀ ਨਿਰਦੇਸ਼ਕ ਸ਼੍ਰੀਮਤੀ ਕਰੁਣਾ ਸਿੰਘ ਨੇ ਦਿੱਤਾ। ਇਹ ਪ੍ਰਮਾਣ ਪੱਤਰ ਪਲਾਸਟਿਕ ਤੇ ਪਾਬੰਦੀ ਵਾਲੇ ਪਹਿਲੇ ਧਾਰਮਿਕ ਅਸਥਾਨ ਦੇ ਸਨਮਾਨ ਵਜੋਂ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਲਾਸਟਿਕ ਦੇ ਲਿਫਾਫਿਆਂ ਤੇ 1 ਅਪ੍ਰੈਲ 2018 ਨੂੰ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਸ ਦੀ ਜਗ੍ਹਾ ਗਲਣਸ਼ੀਲ ਲਿਫਾਫੇ ਲਾਗੂ ਕੀਤੇ ਗਏ ਹਨ। ਅਰਥ ਡੇ ਨੈਟਵਰਕ ਅਮਰੀਕਾ ਦੀ ਪ੍ਰਤੀਨਿਧ ਕੈਥਲੀਨ ਰੋਜ਼ਰਜ਼ ਨੇ ਇਸ ਮੌਕੇ ਗੱਲਬਾਤ ਦੌਰਾਨ ਕਿਹਾ, For many years, Earth Day Network has been working almost 50 years worldwide to promote environmental protection. And one of our most important issues, because of its growing crisis around the world, is plastic pollution. And we work with many faiths, from the Vatican to Muslims to many, many religions. And this is the first time we've seen anything that would come close to this, the banning of plastics in this holy city and all of the jurisdictions that you have control over. So we are beyond pleased. We're so excited about sharing this with the rest of the world. And because we're Earth Day, we have an enormous platform. And we will do just that, share it with every corner of the earth because we are so impressed with this effort. So we are very grateful to both of you. Thank you. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਖਾਂ ਪ੍ਰਾਣੀ ਜਿਹੜੇ ਨੇ ਰੋਜ਼ਾਨਾ ਦਰਸ਼ਨ ਇਸ਼ਨਾਨ ਵਾਸਤੇ ਆਉਂਦੇ ਨੇ। ਜਿਹੜੀ ਭਾਰਤ ਦੇ ਵਿੱਚ ਖਾਸ ਕਰਕੇ ਪੋਲੂਸ਼ਨ ਦੀ ਪ੍ਰੋਬਲਮ ਆ, ਵਾਤਾਵਰਣ ਪ੍ਰਦੂਸ਼ਣ ਦੀ, ਪਾਣੀ ਦੇ ਪ੍ਰਦੂਸ਼ਣ ਦੀ, ਹਵਾ ਦੇ ਪ੍ਰਦੂਸ਼ਣ ਦੀ, ਉਹਦੇ ਵਿੱਚ ਪਲਾਸਟਿਕ ਦਾ ਬਹੁਤ ਵੱਡਾ ਯੋਗਦਾਨ ਹੈ। ਪਲਾਸਟਿਕ ਬਹੁਤ ਮਾਰੂ ਚੀਜ਼ ਹੈ ਜਿਹੜੀ ਕਿ ਕਦੇ ਵੀ ਆਪ ਮਰਦੀ ਨਹੀਂ ਤੇ ਹਜ਼ਾਰਾਂ ਲੋਕਾਂ ਦੇ ਜੀਵਨ ਨੂੰ ਇਹ ਤਬਾਹ ਕਰ ਰਹੀ ਹੈ। ਇਹਨੂੰ ਰੋਕਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਲਿਫਾਫੇ ਦਿੱਤੇ ਜਾਂਦੇ ਸੀ ਉਹਨਾਂ ਨੂੰ ਬੈਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਆਦੇਸ਼ ਕੀਤਾ ਸੀ ਕਿ ਆਲਟਰਨੇਟ ਪ੍ਰਬੰਧ ਕੀਤਾ ਜਾਵੇ। ਬਾਇਓਗ੍ਰੇਡੇਬਲ ਜਿਹੜੇ ਲਿਫਾਫੇ ਸੀ ਉਹਨਾਂ ਦੀ ਵਰਤੋਂ ਸ਼ੁਰੂ ਕੀਤੀ ਤਾਂ ਕਿ ਜਿਹੜਾ ਲਿਫਾਫਿਆਂ ਦਾ ਪਲਾਸਟਿਕ ਦਾ ਪ੍ਰਦੂਸ਼ਣ ਆ ਉਹਨੂੰ ਰੋਕਿਆ ਜਾਵੇ। ਸੈਕੰਡਲੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਉਂਕਿ ਲੱਖਾਂ ਪ੍ਰਾਣੀ ਆਉਂਦੇ ਨੇ, ਇੱਥੋਂ ਲੋਕ ਇੰਸਪੀਰੇਸ਼ਨ ਲੈ ਕੇ ਜਾਂਦੇ ਨੇ ਹਰ ਚੀਜ਼ ਦੀ। ਜਿਹੜਾ ਵੀ ਇੱਥੇ ਕੋਈ ਕਾਰਜ ਅਸੀਂ ਕਰਦੇ ਹਾਂ ਲੋਕ ਇੰਸਪਾਇਰ ਹੁੰਦੇ ਨੇ। ਇਹ ਕਾਰਜ ਕਰਨ ਦੇ ਨਾਲ ਲੋਕਾਂ 'ਚ ਬੜੀ ਚੇਤਨਤਾ ਆਈ, ਹੋਰ ਲੋਕ ਵੀ ਚੇਤਨ ਹੋਏ ਤਾਂ ਉਹਨਾਂ ਨੇ ਪਲਾਸਟਿਕ ਨੂੰ ਵਰਤਣਾ ਬੰਦ ਕਰ ਦਿੱਤਾ। ਦੂਸਰਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਾਤਾਵਰਣ ਨੂੰ ਸੁਖਾਵਾਂ ਬਣਾਉਣ ਵਾਸਤੇ, ਸੋਹਣਾ ਬਣਾਉਣ ਵਾਸਤੇ, ਸੁਗੰਧੀ ਭਰਪੂਰ ਬਣਾਉਣ ਵਾਸਤੇ ਅਸੀਂ ਵਰਟੀਕਲ ਗਾਰਡਨ ਦਾ ਜਿਹੜਾ ਪ੍ਰੋਜੈਕਟ ਸੀ ਉਹ ਸ਼ੁਰੂ ਕੀਤਾ। ਲਗਭਗ 25,000 ਜਿਹੜੇ ਪਲਾਂਟਸ ਨੇ ਉਹ ਪਲਾਸਟਿਕ ਦੀਆਂ ਬੋਤਲਾਂ 'ਚ, ਜਿਹੜੀਆਂ ਪਲਾਸਟਿਕ ਕਦੇ ਖਤਮ ਨਹੀਂ ਹੁੰਦੀ, ਉਸ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਕੇ, ਉਹਨਾਂ ਦੀ ਵਰਤੋਂ ਕਰਕੇ ਅਸੀਂ ਜਿਹੜੇ ਪਲਾਂਟਸ ਨੇ ਉਹ ਲਗਾਏ ਨੇ। ਥਰਡਲੀ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਜਿਹੜੀਆਂ ਸਾਡੀਆਂ ਅਫੀਸ਼ੀਅਲ ਗੱਡੀਆਂ ਸੀ, 150 ਤੋਂ ਉੱਪਰ ਗੱਡੀਆਂ ਸੀ, ਅਫੀਸ਼ੀਅਲ ਗੱਡੀਆਂ, ਸਾਡੇ ਕਰਮਚਾਰੀਆਂ ਦੀਆਂ ਗੱਡੀਆਂ,
ਉਹ ਅਸੀਂ ਖੁਦ ਬੈਨ ਕਰਤੀਆਂ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ ਗੱਡੀ ਨਹੀਂ ਆਏਗੀ, ਕੋਈ ਧੂੰਆਂ ਨਹੀਂ ਹੋਏਗਾ, ਕੋਈ ਸ਼ੋਰ ਸ਼ਰਾਬਾ ਨਹੀਂ ਹੋਏਗਾ। ਤੇ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਇਹ ਵੀ ਕਾਰਜ ਅਸੀਂ ਪਿਛਲੀ 1 ਜਨਵਰੀ ਤੋਂ ਲਾਗੂ ਕੀਤਾ ਵਾ। ਬਿਲਕੁਲ ਇਸ ਵੇਲੇ ਕੋਈ ਗੱਡੀ ਦਫ਼ਤਰ ਦੀ ਸਾਡੀ ਅੰਦਰ ਨਹੀਂ ਆ ਰਹੀ। ਥਰਡਲੀ ਅਸੀਂ ਇੱਕ ਕੰਮ ਹੋਰ ਕਰਨ ਜਾ ਰਹੇ ਹਾਂ। ਅਸੀਂ ਬਹੁਤ ਸਾਰਾ ਅਮਾਊਂਟ ਖਰਚ ਕਰਕੇ 66 kV ਦਾ ਡੈਡੀਕੇਟਡ ਸਬ ਸਟੇਸ਼ਨ ਜਿਹੜਾ ਸਥਾਪਿਤ ਕੀਤਾ ਬਿਜਲੀ ਦਾ, ਤਾਂ ਕਿ ਜਿਹੜਾ ਅਸੀਂ ਬਾਲਣ ਦੀ ਵਰਤੋਂ ਕਰਦੇ ਹਾਂ, ਗੈਸ ਦੀ ਵਰਤੋਂ ਕਰਦੇ ਹਾਂ, ਤੇਲ ਦੀ ਵਰਤੋਂ ਕਰਦੇ ਹਾਂ, ਉਹਨੂੰ ਵੀ ਘੱਟ ਤੋਂ ਘੱਟ ਕੀਤਾ ਜਾਵੇ, ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਵਾਤਾਵਰਨ ਆ ਉਹ ਹਰ ਪੱਖ ਤੋਂ ਪ੍ਰਦੂਸ਼ਣ ਮੁਕਤ ਹੋ ਸਕੇ। ਸਾਡਾ ਅਸੀਂ ਯਤਨਸ਼ੀਲ ਆ। ਇਹ ਜਿਹੜੀ ਸੰਸਥਾ ਵਾ, ਇਹ ਸੰਸਥਾ ਦਾ ਦਾਅਵਾ ਕਿ ਅਸੀਂ ਵਰਲਡ ਦੇ ਵਿੱਚ ਜਿਹੜਾ ਪ੍ਰਦੂਸ਼ਣ ਮੁਕਤ ਕਰਨ ਲਈ ਯਤਨਸ਼ੀਲ ਆ। ਇਹਨਾਂ ਵੱਲੋਂ ਜਿਹੜਾ ਐਪਰੀਸ਼ੀਏਸ਼ਨ ਦਾ ਸਾਨੂੰ ਅੱਜ ਸਰਟੀਫਿਕੇਟ ਦਿੱਤਾ ਗਿਆ ਵਾ, ਮੈਨੇਜਮੈਂਟ ਨੂੰ ਦਿੱਤਾ ਗਿਆ ਵਾ, ਅਸੀਂ ਇਹਨਾਂ ਦੇ ਹਾਰਦਿਕ ਤੌਰ ਤੇ ਧੰਨਵਾਦੀ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਾਂ ਦੁਨੀਆ ਦੇ ਵਿੱਚ ਇੱਕ ਰੋਲ ਮਾਡਲ ਇੰਸਟੀਟਿਊਸ਼ਨ ਹੈ, ਜਿਸ ਤੋਂ ਲੱਖਾਂ ਪ੍ਰਾਣੀ ਜਿਹੜੇ ਨੇ ਇੰਸਪੀਰੇਸ਼ਨ ਲੈਂਦੇ ਨੇ। ਇਸ ਥਾਂ ਤੇ ਜਿਹੜਾ ਵੀ ਕਾਰਜ ਹੋਏਗਾ ਲੋਕਾਂ ਲਈ ਚੰਗੇ ਕੰਮ ਦੇ ਲਈ ਅਸੀਂ ਹਮੇਸ਼ਾ ਹੀ ਸਹਿਯੋਗੀ ਬਣ ਕੇ ਇਹਨਾਂ ਦਾ ਚੱਲਾਂਗੇ। ਮੈਂ ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੁਨੀਆ ਦੇ ਪਹਿਲੇ ਧਾਰਮਿਕ ਸਥਾਨ ਵਜੋਂ ਚੋਣ ਕੀਤੀ ਹੈ, ਜਿੱਥੇ ਅਸੀਂ ਪਲਾਸਟਿਕ ਨੂੰ ਬੰਦ ਕੀਤਾ ਤੇ ਪ੍ਰਦੂਸ਼ਣ ਮੁਕਤ ਕਰਨ ਦਾ ਯਤਨ ਕਰ ਰਹੇ ਹਾਂ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਰਪ੍ਰਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੋਂ ਆਰੰਭ ਕੀਤੀ ਗਈ ਸ਼ਬਦ ਗੁਰੂ ਯਾਤਰਾ ਨਿਰੰਤਰ ਜਾਰੀ ਹੈ। ਬੀਤੇ ਦਿਨੀ ਸ਼ਬਦ ਗੁਰੂ ਯਾਤਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਅਗਲੇ ਪੜਾਅ ਲਈ ਰਵਾਨਾ ਹੋਈ। ਇਸ ਮੌਕੇ ਸਕੂਲੀ ਬੱਚਿਆਂ ਦੀਆਂ ਬੈਂਡ ਤੇ ਗੱਤਕਾ ਪਾਰਟੀਆਂ, ਸ਼ਬਦੀ ਜਥੇ, ਸਭਾ ਸੁਸਾਇਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਕਾਲੀ ਜਾ ਰਹੀ ਗੁਰੂ ਸ਼ਬਦ ਯਾਤਰਾ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਚੱਲ ਰਹੀ ਸ਼ਬਦ ਗੁਰੂ ਵਿਸ਼ਾਲ ਯਾਤਰਾ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਹੁੰਦੀ ਹੋਈ ਰਾਤ ਹਲਕਾ ਮਲੌਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਥੇੜੀ ਸਾਹਿਬ ਵਿਖੇ ਰੁਕਣ ਤੋਂ ਬਾਅਦ ਹਲਕਾ ਲੰਬੀ ਦੇ ਪਿੰਡਾਂ ਲਈ ਰਵਾਨਾ ਹੋਈ, ਜਿਸ ਨੂੰ ਰਵਾਨਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਦੇ ਇਲਾਵਾ ਅਵਤਾਰ ਸਿੰਘ ਵਨਵਲਾ ਮੌਜੂਦ ਸਨ। ਜੋ ਵਿਸ਼ਾਲ ਯਾਤਰਾ ਹਲਕਾ ਲੰਬੀ ਦੇ ਪਿੰਡ ਥਾਰਾਜਵਾਲਾ, ਲਾਲਬਾਈ, ਚੰਨੂ, ਲੰਬੀ ਵਿੱਚੋਂ ਹੁੰਦੀ ਹੋਈ ਲੰਬੀ ਦੇ ਪਿੰਡ ਬਨਵਾਲਾ ਦੇ ਗੁਰਦੁਆਰਾ ਨਾਨਕਸਰ ਵਿਖੇ ਰੁਕੀ ਤੇ ਫਿਰ ਅਗਲੇ ਪੜਾਅ ਲਈ ਰਵਾਨਾ ਹੋਈ। ਆਇਆ ਗੁਰੂ ਨਾਨਕ ਆਇਆ, 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 ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਸਮਰਪਿਤ ਕਰਨ ਵਾਲੇ ਰਬਾਬੀ ਭਾਈ ਮਰਦਾਨਾ ਜੀ ਦਾ 561ਵਾਂ ਜਨਮ ਦਿਹਾੜਾ ਬਟਾਲਾ ਦੇ ਪਿੰਡ ਠੱਕਰ ਸੰਧੂ ਵਿਖੇ, ਜਿੱਥੇ ਸੰਗਤਾਂ ਵੱਲੋਂ ਪੂਰੀ ਸ਼ਰਧਾ, ਧੂਮਧਾਮ ਤੇ ਸਤਿਕਾਰ ਨਾਲ ਮਨਾਇਆ ਗਿਆ। ਉੱਥੇ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ, ਜਿਨ੍ਹਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਸ਼ਾਮਲ ਸਨ, ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ ਗਿਆ। ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਜਿੱਥੇ ਸੰਗਤਾਂ ਨੇ ਵੱਡੀ ਪੱਧਰ ਤੇ ਹਾਜ਼ਰੀ ਭਰੀ, ਉੱਥੇ ਹੀ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਪਿੰਡ ਠੱਕਰ ਸੰਧੂ ਭਾਈ ਮਰਦਾਨਾ ਜੀ ਦਾ 561ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤ ਦਾ ਵੱਲੋਂ ਬਹੁਤ ਬਹੁਤ ਸੇਵਾ ਦਿੱਤੀ ਗਈ ਆ। ਦੂਜਾ ਸ਼੍ਰੋਮਣੀ ਕਮੇਟੀ ਤੋਂ ਭਾਈ ਸਤਵਿੰਦਰ ਸਿੰਘ ਜੀ ਹਜ਼ੂਰ ਰਾਗੀ ਦਰਬਾਰ ਸਾਹਿਬ, ਡਾਕਟਰ ਸਿਵ ਸਿੰਘ ਦਾ ਕੀਰਤਨ ਜਥਾ ਪਹੁੰਚਾ, ਹੋਰ ਵੀ ਜਥੇ ਪਹੁੰਚੇ ਆ, ਜਿਵੇਂ ਸਿੰਘ ਗੰਨੀ ਗੁਰਮਿੰਦਰ ਸਿੰਘ ਜੀ ਪਹੁੰਚੇ ਆ। ਬਹੁਤ ਖੁਸ਼ਕਿਸਮਤੀ ਸਮਝਦਾ ਅੱਜ ਮੈਂ ਕਿ ਅੱਜ ਮੈਨੂੰ ਇੱਥੇ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਾਡੇ ਮੁਰਸ਼ਦ ਸ਼੍ਰੀ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ, ਬਹੁਤ ਬਹੁਤ ਮੁਬਾਰਕਾਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਦਾ 561ਵਾਂ ਜਨਮ ਦਿਨ ਬਹੁਤ ਹੀ ਮੁਬਾਰਕ ਦਿਨ ਹੈ ਸਾਡੇ ਵਾਸਤੇ, ਜੋ ਕਿ ਪਿੰਡ ਠੱਕਰ ਸੰਧੂ ਜ਼ਿਲ੍ਹਾ ਗੁਰਦਾਸਪੁਰ ਵਿਖੇ ਭਾਈ ਜੀਤਾ ਸਿੰਘ ਜੀ ਦੇ ਉਦਮ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਤਿਕਾਰ ਅਤੇ ਆਦਰ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਪਟਿਆਲੇ ਤੋਂ ਬਹੁਤ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਆਈਆਂ ਹਨ। ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਹੀ ਮੁਬਾਰਕ, ਲੱਖ ਲੱਖ ਵਧਾਈਆਂ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਤੁਸੀਂ ਜੁੜੇ ਰਹੋ ਪੀਡੀਸੀ ਨਿਊਜ਼ ਦੇ ਨਾਲ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾਕਟਰ ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਅਤੇ ਇਤਿਹਾਸਿਕ ਯੋਗਦਾਨ ਦੇ ਲਈ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸੰਗੀਤ ਨਾਟਕ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਰਾਗਾਂ ਉੱਤੇ ਕਈ ਵਰ੍ਹੇ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਤਿਆਰ ਕੀਤੀਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਅਤੇ ਸੁਰਲਿਪੀਬੱਧ ਰੂਪ ਵਿੱਚ ਇਹਨਾਂ ਦੀਆਂ ਰਿਕਾਰਡਿੰਗ ਕਰਵਾਈਆਂ। ਡਾਕਟਰ ਗੁਰਨਾਮ ਸਿੰਘ ਨੂੰ ਇਹ ਸਨਮਾਨ ਮਿਲਣਾ ਵਿਸ਼ਵ ਵਿੱਚ ਭਰ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਵਿਸ਼ਵ ਭਰ ਦੇ ਪੰਜਾਬੀਆਂ ਅਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਅਵਸਰ ਤੇ ਗੁਰਮਤਿ ਸੰਗੀਤ ਆਚਾਰਿਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾਕਟਰ ਗੁਰਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਵੱਲੋਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਤੇ ਇਤਿਹਾਸਿਕ ਯੋਗਦਾਨ ਲਈ ਬੀਤੇ ਦਿਨੀ 6 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਖੇ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਪ੍ਰਮੁੱਖ ਸ਼ਖਸੀਅਤਾਂ ਨੂੰ ਇਸ ਅਵਾਰਡ ਨਾਲ ਸਨਮਾਨਿਤ ਕਰਦੀ ਹੈ। ਡਾਕਟਰ ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ ਸੰਪੂਰਨ ਰਾਗਾਂ ਉੱਤੇ ਕਈ ਵਰ੍ਹਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਤੇ ਸੁਰਲਿਪੀਬੱਧ ਰੂਪ ਵਿੱਚ ਇਹਨਾਂ ਕਈ ਵਾਰ ਰਿਕਾਰਡਿੰਗਸ ਕਰਵਾਈਆਂ। ਡਾਕਟਰ ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਤੇ 200 ਤੋਂ ਵੱਧ ਖੋਜ ਆਰਟੀਕਲਸ ਵੀ ਲਿਖੇ ਹਨ, ਜਿਨ੍ਹਾਂ ਨੂੰ ਆਕਸਫੋਰਡ ਪਬਲਿਕੇਸ਼ਨ ਸਮੇਤ ਦੇਸ਼ ਦੀਆਂ ਅਨੇਕਾਂ ਯੂਨੀਵਰਸਿਟੀਜ਼ ਤੇ ਪ੍ਰਕਾਸ਼ਨਾਵਾਂ ਨੇ ਪਬਲਿਸ਼ ਕੀਤਾ। ਡਾਕਟਰ ਸਿੰਘ ਨੇ ਭਾਰਤ ਅਤੇ ਵਿਦੇਸ਼ ਵਿਖੇ ਪ੍ਰਸਿੱਧ ਸੰਗੀਤ ਕਾਨਫਰੰਸਿਸ ਅਤੇ ਗੁਰਮਤਿ ਸੰਗੀਤ ਰਾਗ ਦਰਬਾਰਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ। ਦੇਸ਼ਾਂ ਵਿਦੇਸ਼ਾਂ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਰਗਰਮ ਮੈਂਬਰ ਡਾਕਟਰ ਗੁਰਨਾਮ ਸਿੰਘ ਨੂੰ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਰੋਲ ਮਾਡਲ ਸਵੀਕਾਰਿਆ ਜਾ ਰਿਹਾ ਹੈ। ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਕੁਪਰੋਹੀੜਾ ਵਿਖੇ ਬਣੇ ਇਤਿਹਾਸਕ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਪਰਮਿੰਦਰ ਸਿੰਘ ਨਾਮਕ ਵਿਅਕਤੀ ਵੱਲੋਂ ਵੱਖਰੀ ਹੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਖਾਸੀਅਤ ਇਹ ਸੀ ਕਿ ਇਸ ਵਿੱਚ ਪੁਰਾਣੇ ਸਮੇਂ ਦੇ ਗੁਰੂਆਂ ਦੇ ਸ਼ਸਤਰ ਰੱਖੇ ਗਏ ਸਨ ਅਤੇ ਰਾਜੇ ਮਹਾਰਾਜੇ ਨਵਾਬਾਂ ਦੇ ਸਮੇਂ ਦੇ ਸਿੱਕੇ ਸ਼ਾਮਲ ਸਨ ਤੇ ਸਭ ਤੋਂ ਵੱਡੀ ਗੱਲ ਪੁਰਾਣੇ ਪੱਤਿਆਂ ਤੇ ਹੱਥ ਲਿਖਤ ਧਾਰਮਿਕ ਗ੍ਰੰਥ ਰੱਖੇ ਗਏ ਸਨ, ਜਿਨ੍ਹਾਂ ਨੂੰ ਦੇਖ ਕੇ ਲੋਕ ਕਾਫੀ ਖੁਸ਼ ਹੋਏ ਕਿਉਂਕਿ ਪੁਰਾਣੇ ਸਮੇਂ ਦੇ ਸ਼ਸਤਰ ਉਹਨਾਂ ਵੱਲੋਂ ਪਹਿਲੀ ਵਾਰ ਦੇਖੇ ਗਏ ਸਨ। ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਹਥਿਆਰ ਜਿਵੇਂ ਕਿ ਤੀਰ, ਨੇਜ਼ੇ, ਤਲਵਾਰ, ਕਟਾਰ ਆਦਿ ਰੱਖੇ ਗਏ ਸਨ। ਇਸ ਮੌਕੇ ਇਸ ਪ੍ਰਦਰਸ਼ਨੀ ਨੂੰ ਵੇਖਣ ਆਏ ਲੋਕਾਂ ਵਿੱਚ ਖਾਸ ਕਰਕੇ ਨੌਜਵਾਨਾਂ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਹਿਲੀ ਵਾਰ ਅਜਿਹੇ ਪੁਰਾਣੇ ਗੁਰੂਆਂ ਦੇ ਸ਼ਸਤਰ ਤੇ ਪੁਰਾਣੇ ਧਾਰਮਿਕ ਗ੍ਰੰਥ ਦੇਖੇ ਗਏ ਹਨ। ਇੰਨਾ ਹੀ ਨਹੀਂ, ਉਹ ਬਹੁਤ ਛੋਟੇ ਕੁਰਾਨ, ਗੀਤਾ ਤੇ ਹੋਰ ਵੀ ਧਾਰਮਿਕ ਪੁਰਾਣੇ ਗ੍ਰੰਥ ਦੇਖ ਕੇ ਕਾਫੀ ਪ੍ਰਭਾਵਿਤ ਹੋਏ। ਅੱਜ ਇੱਥੇ ਕੀ ਦੇਖਿਆ ਹੈਗਾ, ਇੱਥੇ ਜਿਵੇਂ ਪੁਰਾਤਨ ਸ਼ਾਸਤਰਾਂ ਔਰ ਹੱਥ ਲਿਖਤਾਂ ਦੀ ਐਗਜ਼ੀਬਿਸ਼ਨ ਲਾਈ ਗਈ ਹੈਗੀ। ਇੱਥੇ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ, ਸਾਡੇ ਗੁਰੂ ਸਾਹਿਬਾਨ ਦੇ ਉਸ ਟਾਈਮ ਤੇ ਕਿਵੇਂ ਸ਼ਾਸਤਰ ਰੱਖਦੇ ਸਨ, ਜਿਹੜੀ ਇੱਕ ਸੈਲਫ ਡਿਫੈਂਸ ਹੈਗੀ, ਉਹ ਸਾਨੂੰ ਇਸ ਚੀਜ਼ ਦਾ ਅੱਜ ਵੀ ਦਿਖਾ ਰਹੀ ਹੈਗੀ ਕਿ ਸਾਡੇ ਲਈ ਸ਼ਾਸਤਰ ਕਿੰਨੇ ਜ਼ਰੂਰੀ ਹੈਗੇ। ਨੌਜਵਾਨਾਂ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਵੇਂ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਸ਼੍ਰੀ ਸਾਹਿਬ 5 ਕਕਾਰਾਂ ਦਾ ਉਹ ਕੀਤਾ ਗਾ, ਉਹਦੇ 'ਚ ਸ਼੍ਰੀ ਸਾਹਿਬ ਵੀ ਇੱਕ ਅਜਿਹਾ ਕਕਾਰ ਹੈ ਜਿਹੜੇ ਸਾਡੇ ਸੈਲਫ ਡਿਫੈਂਸ ਦਾ, ਸਾਡੀ ਆਤਮ ਰੱਖਿਆ ਕਰਦਾ ਗਾ। ਸਾਨੂੰ ਕਿਤੇ ਵੀ ਉਹ ਸਿੰਘਾਂ ਲਈ ਵੀ ਜ਼ਰੂਰੀ ਹੈ, ਸਿੰਘਣੀਆਂ ਲਈ ਵੀ ਤੇ ਬੱਚਿਆਂ ਲਈ ਵੀ ਜ਼ਰੂਰੀ ਕੀਤਾ ਹੋਇਆ। ਉਧਰ ਇਸ ਮੌਕੇ ਪ੍ਰਦਰਸ਼ਨੀ ਲਗਾਉਣ ਵਾਲੇ ਵਿਅਕਤੀ ਸਰਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਪੁਰਾਣੇ ਸਮੇਂ ਦੇ ਗੁਰੂਆਂ ਦੇ ਸ਼ਸਤਰ ਰੱਖੇ ਗਏ ਸਨ। ਉਹਨਾਂ ਕੋਲ ਪੁਰਾਣੇ ਸ਼ਸਤਰਾਂ
ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਸਿੱਕੇ ਜੋ ਕਿ ਅਲੱਗ-ਅਲੱਗ ਦੇਸ਼ਾਂ ਤੇ ਹਕੂਮਤਾਂ ਦੇ ਹਨ ਅਤੇ ਧਾਰਮਿਕ ਗ੍ਰੰਥ ਜੋ ਕਿ ਛੋਟੇ ਪੱਤਿਆਂ ਤੇ ਵੀ ਗ੍ਰੰਥ ਹੱਥ ਲਿਖਤ ਤੇ ਛੋਟੇ ਧਾਰਮਿਕ ਗ੍ਰੰਥ ਸ਼ਾਮਿਲ ਹਨ। ਹੋਰ ਵੀ ਬਹੁਤ ਕੁਝ ਹੈ ਜੋ ਉਹ ਬਹੁਤ ਸਾਲਾਂ ਤੋਂ ਸੰਭਾਲਦੇ ਆ ਰਹੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਗੁਰੂਆਂ ਦੇ ਸ਼ਸਤਰ ਤੇ ਧਾਰਮਿਕ ਗ੍ਰੰਥਾਂ ਬਾਰੇ ਜਾਣੂ ਹੋ ਸਕੇ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਨੌਜਵਾਨ ਪੀੜ੍ਹੀ ਦੇਖ ਕੇ ਬਹੁਤ ਖੁਸ਼ ਹੁੰਦੀ ਹੈ। ਅੱਜ ਇੱਥੇ ਸ਼ਹੀਦੀ ਜੋੜ ਮੇਲੇ ਤੇ ਇੱਕ ਛੋਟਾ ਜਿਹਾ ਮੇਰੇ ਵੱਲੋਂ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਆਪਣੇ ਵਿਰਾਸਤ ਨਾਲ ਜੋੜਨ ਦਾ, ਜਿਹਦੇ ਵਿੱਚ ਹੱਥ ਲਿਖਤ ਗ੍ਰੰਥ ਪੱਤਿਆਂ ਦੇ ਉੱਪਰ ਲਿਖੇ ਮਤਲਬ ਰਾਮਾਇਣ ਸ਼ਾਸਤਰ, ਉਹ ਸ਼ਾਸਤਰ ਜੰਗਾਂ ਯੁੱਧਾਂ ਵਿੱਚ ਵਰਤੇ ਜਾਣ ਵਾਲੇ ਤੀਰ ਤਲਵਾਰਾਂ ਖੰਜਰ ਕਟਾਰਾਂ ਵਿਛੂਏ ਛੁਰੇ ਨੇਜੇ ਕਿਰਪਾਨਾਂ, ਉਹ ਸ਼ਾਸਤਰ ਸਾਰੇ ਜਿਹੜੇ ਪਹਿਲਾਂ ਵਰਤੇ ਜਾਂਦੇ ਸੀ ਉਹ ਸਾਰੇ ਇੱਥੇ ਬੱਚਿਆਂ ਨੂੰ ਦੇਖਣ ਵਾਸਤੇ ਲਿਆਂਦੇ ਨੇ। ਤੇ ਨਾਲ ਉਹ ਸਾਰੇ ਰਾਜਿਆਂ ਦੇ ਸਿੱਕੇ ਜਿਹੜੇ ਜਿਨ੍ਹਾਂ ਨੇ ਪਹਿਲਾਂ ਆਪਣੇ ਇੰਡੀਆ ਤੇ ਰਾਜ ਕੀਤਾ 2700 ਸਾਲ ਪਹਿਲਾਂ ਮਗਧ ਪੀਰੀਅਡ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਇੱਥੇ ਆਏ ਨੇ ਉਹ ਸਾਰਿਆਂ ਦੇ ਸਿੱਕੇ ਇੱਥੇ ਪ੍ਰਦਰਸ਼ਨ ਦੇ ਵਿੱਚ ਰੱਖੇ ਨੇ ਤਾਂ ਕਿ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜ ਸਕੀਏ। ਕੁੱਪ ਰੋਹੀੜਾ ਵਿਖੇ ਜਿੱਥੇ 35,000 ਸਿੰਘ ਸਿੰਘਣੀਆਂ ਸ਼ਹੀਦ ਹੋਈਆਂ ਸਨ, ਉਹਨਾਂ ਦੀ ਯਾਦ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ। ਮਲੇਰਕੋਟਲਾ ਦੇ ਨਜ਼ਦੀਕ ਪਿੰਡ ਕੁੱਪ ਰੋਹੀੜੇ ਦੇ ਸ਼ਹੀਦਗੰਜ ਗੁਰਦੁਆਰਾ ਵਿਖੇ ਪੰਜਾਬ ਪੱਧਰ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਛੋਟੇ ਅਤੇ ਵੱਡੇ ਬੱਚਿਆਂ ਨੇ ਹਿੱਸਾ ਲਿਆ। ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਸਿੱਖੀ ਵੱਲ ਜਾਂਦੀ ਹੈ ਅਤੇ ਹੋਰਨਾਂ ਨੂੰ ਵੀ ਸਿੱਖੀ ਲਈ ਪ੍ਰੇਰਿਤ ਕਰਦੀ ਹੈ। ਜੇਤੂ ਨੌਜਵਾਨਾਂ ਨੂੰ ਨਗਦ ਰਾਸ਼ੀ ਅਤੇ ਸਨਮਾਨਿਤ ਕੀਤਾ ਗਿਆ। ਵੱਡੇ ਘੱਲੂ ਘਰੇ ਦੇ 35,000 ਸਿੰਘ ਸਿੰਘਣੀਆਂ ਦੀ ਉਹਨਾਂ ਦੀ ਯਾਦ ਨੂੰ ਸਮਰਪਿਤ, ਨਾਲ ਹੀ ਜੋ ਛੋਟੇ ਛੋਟੇ ਬੱਚੇ ਭੁਝੰਗੀਆਂ ਦੀ ਸ਼ਹੀਦੀ ਨੂੰ ਸਮਰਪਿਤ ਜੋ ਇੱਥੇ ਗੁਰਦੁਆਰਾ ਕੁੱਪ ਰੋਹੀੜਾ ਵਿਖੇ ਸ਼ਹੀਦੀ ਸਮਾਗਮ ਉਲੀਕਿਆ ਗਿਆ ਹੈ, ਉਸ ਵਿੱਚ ਅੱਜ ਸੁੰਦਰ ਦਸਤਾਰ ਮੁਕਾਬਲੇ, ਪੰਜਾਬ ਪੱਧਰੀ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਨੇ, ਜਿਸ ਵਿੱਚ ਹਜ਼ਾਰਾਂ ਹੀ ਬੱਚਿਆਂ ਨੇ ਭਾਗ ਲਿਆ। ਲੰਮੇ ਕੇਸ ਮੁਕਾਬਲਿਆਂ ਵਿੱਚ ਸੈਂਕੜੇ ਬੱਚਿਆਂ ਨੇ ਭਾਗ ਲਿਆ। ਜੋ ਕੰਢਿਆਂ ਉੱਤੇ ਹੱਸਦੇ ਨੇ ਉਹ ਗੁਲਾਬ ਹੁੰਦੇ ਨੇ, ਉਹ ਕੌਮ ਦੇ ਮੁਖੜੇ ਤੇ ਸ਼ਬਾਬ ਹੁੰਦੇ ਨੇ। ਪੂਜਦਾ ਹੈ ਤਾਈਓ ਜ਼ਮਾਨਾ ਸ਼ਹੀਦਾਂ ਨੂੰ, ਕਿਉਂਕਿ ਇਹਨਾਂ ਦੇ ਲਹੂ ਵਿੱਚੋਂ ਪੈਦਾ ਇਨਕਲਾਬ ਹੁੰਦੇ ਨੇ। ਸ਼ਹੀਦਾਂ ਦੀ ਮਹਾਨ ਪਵਿੱਤਰ ਧਰਤੀ ਤੇ ਗੁਰਦੁਆਰਾ ਸ਼ਹੀਦਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਦੀ ਮਹਾਨ ਪਵਿੱਤਰ ਧਰਤੀ ਦੇ ਉੱਤੇ ਅਸੀਂ ਹਾਜ਼ਰੀ ਭਰਨ ਵਾਸਤੇ ਆਏ ਹਾਂ, ਜਿੱਥੇ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਵੱਲੋਂ ਬਹੁਤ ਵੱਡਾ ਉਦਮ ਤੇ ਉਪਰਾਲਾ ਰੰਗ ਦੇਾਂਗੇ ਪੰਜਾਬ ਨੂੰ ਨਾਲ ਦਸਤਾਰਾਂ ਦੇ, ਘਰ ਘਰ ਚਰਚੇ ਹੋਣਗੇ ਸਿੰਘਾਂ ਸਰਦਾਰਾਂ ਦੇ। ਅੱਜ ਪੰਜਾਬ ਪੱਧਰ ਦੇ ਦਸਤਾਰ ਮੁਕਾਬਲੇ ਹੋ ਰਹੇ ਆ। ਇਸ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਕਿ ਸਾਰੇ ਹਫਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@ptcnetwork.tv ਤੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।